ਮੰਜ਼ਿਲਾਂ ਤੇ ਪਹੁੰਚਣਾ ਮੁਸ਼ਕਿਲ ਨਹੀਂ, ਮੰਜ਼ਿਲਾਂ ਤੇ ਪਹੁੰਚਣਾ ਮੁਸ਼ਕਿਲ ਨਹੀਂ, ਰਸਤਿਆਂ ਦੇ ਵਾਂਗ ਜੇਕਰ ਨਾ ਫਟੋ। बहुत बहुत स्वागत है करियर चेतना नाल संबंधित अज दे इस विशेष लैक्चर दे विच। विद्यार्थियों, करियर भाव ओ खेतर ओ किता जो असी रोजगार दे तौर ते चुनना है, जिस राही असी अपनी जिंदगी दा निर्वाह करना है, जो साडा भविखत खेतर होएगा, उस बारे चेतना होनी, अवेयरनेस होनी, जानकारी होनी, सतर्कता होनी बहुत जरूरी है। इस करके ही असी अज दा ये विशेष लैक्चर डिजाइन किया है। तुसी उम्र दे जिस पड़ाव ते पहुंचे हुए हो, तुहानू लाजम है ये पता होना कि तुसी अगों किस खेतर विच जाना है, उसकी तैयारी करनी है, अपने लिए खेतर चुनना है ते खेतर दे लिए अपने आप नू तैयार भी करना है। सो चंगे चंगे नेक सुपने सजाने बहुत जरूरी हैं ते उन्हां तक पहुंचण लई यतन करने उस तो भी ज्यादा लाजम है। जिंदगी जमा तकसीम है, हिसाब लिखिया कर, चुप ना रहा कर, जवाब लिखिया कर। रात सच करदी है सुपने कदी कदी, रात सच करदी है सुपने कदी कदी, अद्धी राती उठ के ख्वाब लिखिया कर। सो आओ चलदे हाँ, बुनदे हाँ ये ख्वाबां दा, सुपनियां दा ताना बाना, पर ये बंद अखां दे ख्वाब नहीं हैगे, ये बंद अखां दे सुपने नहीं, ये तां खुलियां अखां दे सुपने हैं। ते आओ चलदे हाँ करियर चेतना वल ते पड़ा दर पड़ा एक एक करियर बारे ते किस तरह नाल उस दी तैयारी करनी है, उस संबंधी हुणे ही चर्चा लैके हाजिर हाँ। असी कुछ विशेष माहरां नाल भी गल कीती है, उन्हां दी ज़बानी भी सुनांगे, उन्हां दे तजर्बे, उन्हां दे विचार। सो ध्यान नाल जुड़े रहो, बहुत इंपॉर्टेंट अहम लैक्चर है ये। किसी उर्दू शायर दा कथन सी, सिर्फ एक कदम उठा लिया था गलत राहे शौक में कि मंजिल तमाम उम्र मुझे ढूंढती रही। बिल्कुल सही कहा। अगर असी अपने करियर वाले राह तो भटक जाइए तो फिर बहुत दूर चले जाते हाँ, क्योंकि जदों असी किसी राह विच जांदियां होया भटक जाइए तो जिस गलत राह ते तुर पैंदे हाँ, तो जिन्ना फासला अगे तय किया हुंदा है, वापस मुड़न लई उन्ना फासला फिर पिछे मुड़ना पैंदा है। सो दुगना नुकसान हुंदा है। इस करके एक चंगा मशवरा है कि राह भटकण नालों किसे तो 2 बार राह पुछया चंगा है। खास करियर्स बारे गल करदे हाँ विशेष माहरां नाल ते नाल ही इस माहिराना राय दे नाल मिला लैंदे हाँ अपनी राय, अपनी सोच, अपना क्यास ते अपना एहसास। 10वीं तक साडी जिंदगी ਅਤੇ ਪੜ੍ਹਾਈ ਇੱਕ ਸੇਧ ਵਿੱਚ ਤੁਰਦੀ ਜਾਂਦੀ ਹੈ, ਪਰ 10ਵੀਂ ਉਪਰੰਤ ਸਾਡੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਹੁੰਦੇ ਹਨ ਅਤੇ ਮਾਪਿਆਂ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਕਿ ਵਿਦਿਆਰਥੀਆਂ ਲਈ ਅੱਗੋਂ ਕਿਹੜਾ ਕੈਰੀਅਰ ਜਾਂ ਕਿਹੜੇ ਵਿਸ਼ੇ ਚੁਣੇ ਜਾਣ। ਵਿਦਿਆਰਥੀ ਖੁਦ ਵੀ ਫੈਸਲਾ ਕਰਨ ਦੀ ਸਥਿਤੀ ਵਿੱਚ ਨਹੀਂ ਹੁੰਦਾ। ਸੋ ਇਹ 10ਵੀਂ ਉਪਰੰਤ ਕੈਰੀਅਰ ਆਪਸ਼ਨਸ ਕੀ ਹੋਣੀਆਂ ਚਾਹੀਦੀਆਂ ਹਨ, ਕਿਹੜਾ ਰਾਹ ਚੁਣਨਾ ਚਾਹੀਦਾ ਹੈ, ਇਹ ਇੱਕ ਮੁੱਖ ਸਵਾਲ ਹੁੰਦਾ ਹੈ ਤੇ ਅੱਜ ਅਸੀਂ ਉਸ ਸੰਬੰਧੀ ਕੁਝ ਨੁਕਤੇ ਤੁਹਾਡੇ ਨਾਲ ਸਾਂਝੇ ਕਰਾਂਗੇ। ਜਾਣਕਾਰੀ ਦੀ ਘਾਟ ਕਰਕੇ ਜਾਂ ਫਿਰ ਅਣਗਹਿਲੀ ਕਰਕੇ ਬਹੁਤ ਸਾਰੇ ਵਿਦਿਆਰਥੀ +2 ਕਰਨ ਤੋਂ ਬਾਅਦ ITI ਜਾਂ ਡਿਪਲੋਮਾ ਕਰਨ ਬਾਰੇ ਸੋਚਦੇ ਹਨ, ਪਰ ਇੱਥੇ ਇਹ ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ 10ਵੀਂ ਕਰਨ ਉਪਰੰਤ ਜੇਕਰ ਤੁਸੀਂ ਤਕਨੀਕੀ ਸਿੱਖਿਆ ਵਾਲੇ ਪਾਸੇ ਕੋਈ ਕਦਮ ਚੁੱਕਣਾ ਚਾਹੁੰਦੇ ਹੋ ਤਾਂ ITI ਅਤੇ ਡਿਪਲੋਮਾ ਕਰਨਾ ਤੁਹਾਡੇ ਲਈ ਜ਼ਰੂਰੀ ਹੈ। ਜੇਕਰ ਤੁਸੀਂ +2 ਮੈਡੀਕਲ, ਨਾਨ ਮੈਡੀਕਲ ਜਾਂ ਕਿਸੇ ਵੀ ਵੋਕੇਸ਼ਨਲ ਸਟਰੀਮ 'ਚ ਕਰਦੇ ਹੋ ਤਾਂ ਤੁਸੀਂ ਡਿਪਲੋਮਾ ਦੇ ਸੈਕੰਡ ਈਅਰ ਦੇ ਵਿੱਚ ਡਾਇਰੈਕਟ ਐਡਮਿਸ਼ਨ ਲੈ ਸਕਦੇ ਹੋ। ਲੇਕਿਨ ਜੇਕਰ ਤੁਸੀਂ ITI ਕਰਨੀ ਹੈ ਜਾਂ ਡਿਪਲੋਮਾ ਕਰਨਾ ਹੈ ਤਾਂ ਇਹ ਡਾਇਰੈਕਟ 10ਵੀਂ ਤੋਂ ਬਾਅਦ ਕਰਨਾ ਹੀ ਜ਼ਿਆਦਾ ਬਿਹਤਰ ਹੁੰਦਾ ਹੈ, ਕਿਉਂਕਿ
ITI ਔਰ ਡਿਪਲੋਮਾ ਇਹਦੇ ਵਿੱਚ ਤੁਹਾਨੂੰ ਪ੍ਰੈਕਟੀਕਲ ਨੌਲੇਜ ਦਿੱਤੀ ਜਾਂਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਮਲਟੀਨੈਸ਼ਨਲ ਕੰਪਨੀਆਂ ਵਿੱਚ ਜਾਂ ਸਰਕਾਰੀ ਨੌਕਰੀਆਂ ਵਿੱਚ ਜਿਵੇਂ ਕਿ ਰੇਲਵੇ ਵਿੱਚ, ਪੈਰਾਮਿਲਟਰੀ ਫੋਰਸਿਸ ਵਿੱਚ ਜਾਂ ਟੈਕਨੀਕਲ ਟ੍ਰੇਡਸ ਦੇ ਵਿੱਚ ਜਿਹੜੇ ITI ਔਰ ਡਿਪਲੋਮਾ ਕਰਨ ਵਾਲੇ ਵਿਦਿਆਰਥੀ ਜਾਂ ਵਿਦਿਆਰਥਣਾਂ ਹਨ ਉਹਨਾਂ ਦੇ ਲਈ ਚੰਗਾ ਕੈਰੀਅਰ ਅਤੇ ਚੰਗਾ ਭਵਿੱਖ ਮੌਜੂਦ ਹੈ। ਸੋ ਇੱਕ ਵਾਰੀ ਫਿਰ ਤੁਹਾਨੂੰ ਸੂਚਿਤ ਕਰ ਰਹੇ ਹਾਂ ਕਿ ਜੇਕਰ ਤੁਸੀਂ ਤਕਨੀਕੀ ਸਿੱਖਿਆ ਵਾਲੇ ਪਾਸੇ ਜਾਣਾ ਹੈ ਤਾਂ ਤੁਹਾਡੇ ਲਈ ਬਿਹਤਰ ਹੈ ਕਿ ਤੁਸੀਂ 10ਵੀਂ ਕਰਨ ਉਪਰੰਤ ITI ਦੇ ਵੱਖ-ਵੱਖ ਟ੍ਰੇਡਸ ਚੁਣ ਸਕਦੇ ਹੋ ਜਾਂ ਡਿਪਲੋਮਾ ਇਸ ਦੇ ਟ੍ਰੇਡਸ ਚੁਣ ਸਕਦੇ ਹੋ। ITI ਦੇ ਵਿੱਚ ਬਹੁਤ ਤਰ੍ਹਾਂ ਦੇ ਕੋਰਸਿਸ ਨੇ, ਉਹਨਾਂ ਦੀ ਜਿਹੜੀ ਲਿਸਟ ਹੈ ਉਹ punjabtech.com ਸਾਈਟ ਦੇ ਉੱਪਰ ਪਈ ਹੈ, ਤੁਸੀਂ ਉੱਥੋਂ ਦੇਖ ਸਕਦੇ ਹੋ। ਬਹੁਤ ਸਾਰੀਆਂ ਉੱਚ ਪਾਏ ਦੀਆਂ ਸਰਕਾਰੀ ਸੰਸਥਾਵਾਂ ਹਰ ਇੱਕ ਜ਼ਿਲ੍ਹੇ ਦੇ ਵਿੱਚ ਮੌਜੂਦ ਹਨ, ਉਹਨਾਂ ਤੋਂ ਤੁਸੀਂ ITI ਜਿਹੜੀ ਹੈ ਉਹ ਕਰ ਸਕਦੇ ਹੋ। ਇਹਦੇ ਵਿੱਚ ਵੈਲਡਰ, ਫਿੱਟਰ, ਪਲੰਬਰ, ਇਲੈਕਟ੍ਰੀਸ਼ੀਅਨ, ਠੀਕ ਹੈ ਜੀ। ਇਸ ਤੋਂ ਇਲਾਵਾ ਤੁਹਾਡੇ ਕੋਲ ਟੈਕਸਟਾਈਲ ਨਾਲ ਰਿਲੇਟਡ ਕਈ ਤਰ੍ਹਾਂ ਦੇ ਕੋਰਸਿਸ ਜਿਹੜੇ ਆ ਉਹ ਇਹਨਾਂ ITIs ਦੇ ਵਿੱਚ ਕਰਾਏ ਜਾਂਦੇ ਆ। ਮਕੈਨੀਕਲ, ਟਰੈਕਟਰ ਮਕੈਨਿਕ ਤੇ ਗਾਰਮੈਂਟਸ, ਟੇਲਰ, ਡਰਾਫਟਸਮੈਨ ਤੇ ਇਸ ਦੇ ਨਾਲ ਹੋਰ ਕਈ ਤਰ੍ਹਾਂ ਦੇ ਕੋਰਸਿਸ ਦੀ ਲਿਸਟ ਤੁਹਾਨੂੰ punjabtech.com ਸਾਈਟ ਤੇ ਅਵੇਲੇਬਲ ਹੋਏਗੀ। ਕੁਝ ਕੋਰਸ 1 ਸਾਲ ਦੇ ਨੇ ਤੇ ਕੁਝ ਕੋਰਸ 2 ਸਾਲ ਦੇ ਨੇ। ਜਿਸ ਤਰ੍ਹਾਂ ਕਿ ਫਿੱਟਰ ਦਾ ਕੋਰਸ ਹੈ, ਉਹ ਫਿੱਟਰ ਦੇ ਕੋਰਸ ਦੀ ਬਹੁਤ ਸਾਰੇ ਥਾਵਾਂ ਤੇ ਇੰਡੀਆ ਵਿੱਚ ਵੀ ਔਰ ਫੋਰਨ ਵਿੱਚ ਵੀ ਬੜੀ ਡਿਮਾਂਡ ਹੈ ਤੇ ਇਸ ਤੋਂ ਇਲਾਵਾ ਇਲੈਕਟ੍ਰੀਸ਼ੀਅਨ, ਵੈਲਡਰ, ਪਲੰਬਰ, ਕਈ ਤਰ੍ਹਾਂ ਦੇ ਕੋਰਸਿਸ ਤੁਸੀਂ ਉੱਥੇ ਚੁਣ ਸਕਦੇ ਹੋ। punjabtech.com ਦੇ ਉੱਪਰ ਜਾ ਕੇ ਜਦੋਂ ਤੁਸੀਂ ITI ਦੇ ਕੋਰਸਿਸ ਚੁਣਦੇ ਹੋ, ਜੇਕਰ ਤੁਸੀਂ ਡਿਪਲੋਮਾ ਕੋਰਸਿਸ ਚੁਣਨੇ ਹੋਣ ਤਾਂ ਇਸੇ ਸਾਈਟ ਦੇ ਉੱਤੇ ਬਹੁਤ ਸਾਰੇ ਡਿਪਲੋਮਾ ਕੋਰਸਿਸ ਵੀ ਦਿੱਤੇ ਗਏ ਹਨ ਵੱਖ-ਵੱਖ ਫੀਲਡ ਵਿੱਚ, ਜਿਵੇਂ ਕੰਪਿਊਟਰ ਦਾ ਫੀਲਡ ਹੋ ਗਿਆ, ਮਕੈਨੀਕਲ ਦਾ ਫੀਲਡ ਹੋ ਗਿਆ। ਕਈ ਤਰ੍ਹਾਂ ਦੀ ਇੰਜੀਨੀਅਰਿੰਗ ਦੇ ਡਿਪਲੋਮੇ ਜਿਹੜੇ ਆ ਉਹ ਤੁਹਾਡੇ ਲਈ ਉਪਲਬਧ ਹਨ। ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਡਿਪਲੋਮਾ ਜਿਹੜਾ ਹੈ ਉਹ 3 ਸਾਲ ਦਾ ਹੁੰਦਾ ਹੈ। ਟੂਲ ਐਂਡ ਡਾਈ ਦਾ ਡਿਪਲੋਮਾ ਜਿਹੜਾ ਉਹਦੀ ਅਵਧੀ ਜਿਹੜੀ ਹੈ ਉਹਦੀ ਸਮਾਂ ਜਿਹੜਾ ਹੈ ਉਹ 4 ਸਾਲ ਦਾ ਹੈ। ਬਾਕੀ ਜਿਹੜੇ ਡਿਪਲੋਮਾਸ ਨੇ ਉਹਨਾਂ ਦਾ 95% ਜਿਹੜੇ ਡਿਪਲੋਮਾਸ ਨੇ ਉਹਨਾਂ ਦਾ ਜਿਹੜਾ ਸਮਾਂ ਹੈ ਉਹ 3 ਸਾਲ ਦੇ ਵਿੱਚ ਪੂਰੇ ਹੁੰਦੇ ਨੇ। ਔਰ ਜੇਕਰ ਤੁਸੀਂ +2 ਕਰਕੇ ਵੋਕੇਸ਼ਨਲ, ਮੈਡੀਕਲ ਜਾਂ ਨਾਨ ਮੈਡੀਕਲ ਨਾਲ +2 ਕਰਕੇ ਡਿਪਲੋਮਾ ਕਰਦੇ ਹੋ ਤਾਂ ਉਹ ਡਿਪਲੋਮਾ ਤੁਹਾਡਾ 2 ਸਾਲ ਦਾ ਰਹਿ ਜਾਂਦਾ, ਕਿਉਂਕਿ ਤੁਹਾਨੂੰ ਲੇਟਰ ਐਂਟਰੀ ਰਾਹੀਂ ਸੈਕੰਡ ਈਅਰ ਵਿੱਚ ਐਡਮਿਸ਼ਨ ਮਿਲਦੀ ਹੈ। ਸੋ punjabtech.com ਜਿਹੜੀ ਸਾਈਟ ਹੈ ਉਹਦੇ ਤੇ ਜਾ ਕੇ ਤੁਸੀਂ ਆਪਣੇ ਡਿਪਲੋਮਾ ਕੋਰਸਿਸ ਜਿਹੜੇ ਆ ਉਹਨਾਂ ਨੂੰ ਚੁਣ ਸਕਦੇ ਹੋ। ਔਰ ਬਹੁਤ ਸਾਰੇ ਉੱਚ ਪੱਧਰ ਦੇ ਸਰਕਾਰੀ ਕਾਲਜਿਸ ਨੇ ਜਿਨ੍ਹਾਂ ਦੇ ਵਿੱਚ ਜਾ ਕੇ ਤੁਸੀਂ ਡਿਪਲੋਮਾ ਜਿਹੜਾ ਹੈ ਉਹ ਕਰ ਸਕਦੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਮਲਟੀਨੈਸ਼ਨਲ ਕੰਪਨੀਆਂ ਵਾਸਤੇ ਔਰ ਦੇਸ਼ ਵਾਸਤੇ, ਰੱਖਿਆ ਸੇਨਾਵਾਂ ਵਾਸਤੇ, ਰੇਲਵੇ ਵਾਸਤੇ ਤੇ ਹੋਰ ਬਹੁਤ ਸਾਰੇ ਸਰਕਾਰੀ ਅਦਾਰਿਆਂ ਦੇ ਵਿੱਚ ਆਪਣੀਆਂ ਸੇਵਾਵਾਂ ਦੇਣ ਦੇ ਯੋਗ ਹੋ ਜਾਂਦੇ ਹੋ। ਕੁਝ ਵੱਖਰੇ ਅਤੇ ਵਿਸ਼ੇਸ਼ ਡਿਪਲੋਮਾ ਕੋਰਸਿਸ ਹਨ। ਲੈਦਰ ਇੰਜੀਨੀਅਰਿੰਗ, ਫੁੱਟਵੇਅਰ ਇੰਜੀਨੀਅਰਿੰਗ, ਟੈਕਸਟਾਈਲ ਇੰਜੀਨੀਅਰਿੰਗ, ਟੂਲ ਐਂਡ ਡਾਈ ਅਤੇ ਪਲਾਸਟਿਕ ਇੰਜੀਨੀਅਰਿੰਗ। ਇਹ ਪੰਜਾਬ ਦੇ ਵੱਖ-ਵੱਖ ਸਰਕਾਰੀ ਕਾਲਜਿਸ ਦੇ ਵਿੱਚ ਕਰਵਾਏ ਜਾਂਦੇ ਹਨ। ਇਹਦੇ ਵਿੱਚ ਟੂਲ ਐਂਡ ਡਾਈ ਨੂੰ ਛੱਡ ਕੇ ਬਾਕੀ ਜਿਹੜੇ ਡਿਪਲੋਮਾ ਕੋਰਸਿਸ ਹਨ ਉਹਨਾਂ ਦਾ ਸਮਾਂ 3 ਸਾਲ ਦਾ ਹੈ। ਵਿਦਿਆਰਥੀਓ, ਜੇਕਰ ਅਸੀਂ ਰਵਾਇਤੀ ਸਿੱਖਿਆ ਦੀ ਗੱਲ ਕਰੀਏ ਤਾਂ ਉਹਦੇ ਵਿੱਚ +1 ਅਤੇ +2 ਦੀ ਪੜ੍ਹਾਈ ਸਾਡੇ ਬਹੁਤ ਹੀ ਸ਼ਾਨਦਾਰ ਜਿਹੜੇ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਨੇ ਗੌਰਮੈਂਟ ਦੇ ਜਾਂ ਬਹੁਤ ਸਾਰੇ ਸੀਨੀਅਰ ਸੈਕੰਡਰੀ ਸਕੂਲ ਨੇ ਉੱਥੋਂ ਅਸੀਂ ਅੱਗੋਂ ਕਰ ਸਕਦੇ ਹਾਂ। ਇਹਦੇ ਵਿੱਚ ਸਾਇੰਸ, ਆਰਟਸ, ਕਮਰਸ, ਵੋਕੇਸ਼ਨਲ ਕਈ ਤਰ੍ਹਾਂ ਦੇ ਜਿਹੜੇ ਤੁਸੀਂ ਅੱਗੋਂ ਸਟਰੀਮਸ ਜਿਹੜੀਆਂ ਉਹ ਚੁਣ ਸਕਦੇ ਹੋ। ਜਿਹੜੇ ਬੱਚੇ ਦੀ ਸਾਇੰਸ 10ਵੀਂ ਵਿੱਚ ਬਹੁਤ ਅੱਛੀ ਹੈ ਲੇਕਿਨ ਮੈਥਮੈਟਿਕਸ ਉਨਾ ਅੱਛਾ ਨਹੀਂ ਤੇ ਉਹ ਸਾਇੰਸ ਫੀਲਡ ਵਿੱਚ ਜਾਣਾ ਚਾਹੁੰਦਾ ਤਾਂ ਉਹ ਮੈਡੀਕਲ ਟ੍ਰੇਡ ਚੁਣ ਸਕਦਾ। ਜੇਕਰ ਕਿਸੇ ਬੱਚੇ ਦਾ ਮੈਥਮੈਟਿਕਸ ਵੀ ਬਹੁਤ ਅੱਛਾ ਹੈ ਤੇ ਉਹ ਬੱਚਾ ਜਿਹੜਾ ਹੈ ਉਹ ਨਾਨ ਮੈਡੀਕਲ ਜਿਹੜਾ ਟ੍ਰੇਡ ਹੈ ਉਹ ਵੀ ਚੁਣ ਸਕਦਾ। ਜੇ ਕਿਸੇ ਨੂੰ ਸਾਇੰਸ ਪਸੰਦ ਨਹੀਂ ਲੇਕਿਨ ਮੈਥਮੈਟਿਕਸ ਇਕੱਲਾ ਬਹੁਤ ਪਸੰਦ ਹੈ ਤਾਂ ਉਹ ਆਰਟਸ ਦੇ ਵਿੱਚ ਜਿਹੜਾ ਮੈਥਮੈਟਿਕਸ, ਇਕਨੋਮਿਕਸ ਇਸ ਤਰ੍ਹਾਂ ਦੇ ਕੰਬੀਨੇਸ਼ਨ ਰੱਖ ਸਕਦਾ। ਆਰਟਸ ਦਾ ਫੀਲਡ ਜਿਹੜਾ ਬੜਾ ਵਿਸ਼ਾਲ ਫੀਲਡ ਹੈ
ਇਹਦੇ ਵਿੱਚ ਤੁਸੀਂ ਹਿਸਟਰੀ, ਪੋਲ ਸਾਇੰਸ, ਇੰਗਲਿਸ਼ ਇਲੈਕਟਿਵ, ਪੰਜਾਬੀ ਇਲੈਕਟਿਵ, ਹਿੰਦੀ ਇਲੈਕਟਿਵ ਤੇ ਕਈ ਤਰ੍ਹਾਂ ਦੇ ਜਿਹੜੇ ਹੋਰ ਸੋਸ਼ੋਲੋਜੀ, ਸਾਈਕੋਲੋਜੀ, ਕਈ ਤਰ੍ਹਾਂ ਦੇ ਵਿਸ਼ੇ ਜਿਹੜੇ ਆ ਉਹ ਰੱਖ ਸਕਦੇ ਹੋ। ਜਿਹੜਾ ਵੋਕੇਸ਼ਨਲ ਟ੍ਰੇਡ ਹੈ ਇਹ ਵੀ ਆਪਣੇ ਆਪ ਦੇ ਵਿੱਚ ਬੜਾ ਵਿਸਤ੍ਰਿਤ ਹੈ। ਬਹੁਤ ਸਾਰੇ ਹੁਨਰ ਸਿਖਲਾਈ ਦੇ ਟੈਕਨੀਕਲ ਟ੍ਰੇਡ ਨਾਲ ਜੁੜੇ ਜਿਹੜੇ ਕੋਰਸਿਸ ਹੈ ਉਹ ਵੋਕੇਸ਼ਨਲ ਦੇ ਵਿੱਚ ਕੀਤੇ ਜਾਂਦੇ ਨੇ। ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਮਕੈਨੀਕਲ ਦਾ ਹੋ ਗਿਆ, ਠੀਕ ਹੈ ਜੀ, ਇਲੈਕਟ੍ਰੀਸ਼ੀਅਨ ਦਾ ਹੋ ਗਿਆ, ਤੇ ਵੈਲਡਿੰਗ ਨਾਲ ਰਿਲੇਟਡ ਹੋ ਗਿਆ, ਗਾਰਮੈਂਟਸ ਦਾ ਹੋ ਗਿਆ, ਕੱਪੜਿਆਂ ਦਾ ਜਿਹਨੂੰ ਅਸੀਂ ਕਹਿੰਦੇ ਆ, ਤੇ ਡਰੈਸ ਡਿਜ਼ਾਈਨਿੰਗ ਦਾ ਹੋ ਗਿਆ। ਬਹੁਤ ਸਾਰੇ ਵੋਕੇਸ਼ਨਲ ਟ੍ਰੇਡਸ ਜਿਹੜੇ ਆ ਉਹ ਹੈਗੇ ਆ। ਇਸ ਤੋਂ ਇਲਾਵਾ ਜਿਹੜੀ ਕਾਮਰਸ ਹੈ ਉਹਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਤੁਹਾਡੇ ਕੋਲ ਆਪਸ਼ਨਸ ਹੁੰਦੀਆਂ ਨੇ। ਤੁਸੀਂ ਕਾਮਰਸ ਦਾ ਫੀਲਡ ਜਿਹੜਾ ਹੈ ਉਹ ਵੀ ਚੁਣ ਸਕਦੇ ਹੋ। ਮੈਥਮੈਟਿਕਸ ਔਰ ਅਕਾਊਂਟਸ, ਇਹਦਾ ਇੱਕ ਬੈਨੀਫਿਟ ਜ਼ਰੂਰ ਹੈ। ਜਦੋਂ ਤੁਸੀਂ ਆਰਮੀ ਭਰਤੀ ਦੇਖਦੇ ਹੋ, ਤੁਸੀਂ ਜਦੋਂ ਕਲੈਰੀਕਲ ਦੀ ਭਰਤੀ ਆਰਮੀ ਦੇ ਵਿੱਚ ਦੇਖਦੇ ਹੋ ਤਾਂ ਉਹਦੇ ਵਿੱਚ ਤੁਹਾਡੇ +2 ਚੋਂ ਜਿਹੜੇ ਨੰਬਰ ਹੈ ਉਹ 60% ਤੋਂ ਵੱਧ ਹੋਣੇ ਚਾਹੀਦੇ ਆ, ਤੇ ਨਾਲ ਦੀ ਨਾਲ ਤੁਹਾਡੇ ਕੋਲ ਮੈਥਸ ਜਾਂ ਅਕਾਊਂਟਸ ਦੇ ਵਿਸ਼ੇ ਜਿਹੜੇ ਆ ਉਹ ਹੋਣੇ ਚਾਹੀਦੇ ਆ। ਸੋ ਸਾਇੰਸ, ਆਰਟਸ, ਕਮਰਸ, ਵੋਕੇਸ਼ਨ, ਇੱਕ ਗੱਡੀ ਦੇ 4 ਸਟੇਸ਼ਨ, ਤੁਸੀਂ ਇਹਨਾਂ ਦੇ ਵਿੱਚ ਆਪਣਾ ਕੈਰੀਅਰ ਅਜ਼ਮਾ ਸਕਦੇ ਹੋ। ਇਸ ਤੋਂ ਬਾਅਦ ਇਹਨਾਂ ਦੇ ਵਿੱਚ ਹੀ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਕਰ ਸਕਦੇ ਹੋ। ਤੇ +2 ਤੋਂ ਬਾਅਦ ਤੁਹਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਨੇ। ਜਿੱਦਾਂ ਪੁਲਿਸ ਭਰਤੀ ਦੀ ਆਪਸ਼ਨ ਹੈ, ਉਹ 'ਚ +2 ਦੇ ਜਿਹੜੇ ਨੰਬਰ ਹੈ ਉਹਨਾਂ ਦੀ ਪਰਸੈਂਟੇਜ ਕਾਊਂਟ ਹੁੰਦੀ ਹੈ। ਇਸ ਤੋਂ ਇਲਾਵਾ ਜਿਹੜਾ ਹੋਰ ਕਈ ਤਰ੍ਹਾਂ ਦੇ ਕੋਰਸਿਸ ਜਿਹੜੇ ਆ ਤੁਸੀਂ ਉਹ ਸਪੈਸ਼ਲੀ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਹੈ ਉਹਨਾਂ ਦੇ ਵਿੱਚ ਵੀ +2 ਤੋਂ ਬਾਅਦ ਜਾ ਸਕਦੇ ਹੋ। ਜਿਹੜੇ ਸਾਇੰਸ ਵਾਲੇ ਬੱਚੇ ਨੇ ਉਹ ਮੈਡੀਕਲ ਲਾਈਨ ਵਿੱਚ ਜਾਣ ਲਈ ਨੀਟ ਦਾ ਐਗਜ਼ਾਮ ਦਿੰਦੇ ਨੇ, ਤੇ JEE ਔਰ JEE ਮੇਨ ਦਾ ਜਿਹੜਾ ਐਗਜ਼ਾਮ ਹੈ ਉਹ +2 ਨਾਨ ਮੈਡੀਕਲ ਵਾਲੇ ਦਿੰਦੇ ਨੇ। ਸੋ ਵੱਖ-ਵੱਖ ਫੀਲਡ ਨੇ, ਸਾਇੰਸ, ਆਰਟਸ, ਕਮਰਸ, ਵੋਕੇਸ਼ਨ, ਸਾਰੇ ਹੀ ਬਹੁਤ ਅੱਛੇ ਨੇ। ਬਸ ਜ਼ਰੂਰਤ ਹੈ ਕਿ ਇਹਨਾਂ ਨੂੰ ਧਿਆਨ ਨਾਲ ਪੜ੍ਹਿਆ ਜਾਵੇ, ਗਿਆਨ ਹਾਸਲ ਕੀਤਾ ਜਾਵੇ ਔਰ ਪਰਸੈਂਟੇਜ ਜਿਹੜੀ ਹੈ ਉਹ ਬਹੁਤ ਤੁਹਾਡੀ ਵਧੀਆ ਹੋਵੇ। ਸਾਡਾ ਪੰਜਾਬ ਕਿਉਂਕਿ ਇੱਕ ਸਰਹੱਦੀ ਸੂਬਾ ਹੈ ਤੇ ਇੱਥੇ ਜਿਹੜੇ ਬੜੇ ਜਾਂਬਾਜ਼ ਨੌਜਵਾਨ ਨੇ, ਸੋ ਇਹਨਾਂ ਦੇ ਲਈ ਦੇਸ਼ ਭਗਤੀ ਜਿਹੜੀ ਹੈ ਉਹਦਾ ਜਜ਼ਬਾ ਕੁੱਟ-ਕੁੱਟ ਕੇ ਅੰਦਰ ਭਰਿਆ ਹੋਇਆ। ਸੋ ਭਾਰਤੀ ਫੌਜ ਅਤੇ ਪੈਰਾਮਿਲਟਰੀ ਫੋਰਸਿਸ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਦਾ ਇੰਟਰਸਟ ਹੁੰਦਾ ਹੈ। ਸੋ ਜਿਹੜਾ ਵੀ ਵਿਦਿਆਰਥੀ 10ਵੀਂ ਪਾਸ ਹੈ ਉਹ ਭਾਰਤੀ ਫੌਜ ਦੇ ਲਈ ਜਿਹੜੀ ਸਿਪਾਹੀ ਭਰਤੀ ਹੈ ਉਹਦੇ ਵਾਸਤੇ ਪੂਰੀ ਤਰ੍ਹਾਂ ਯੋਗ ਹੈ। ਉਹਦੀ ਉਮਰ 17.5 ਸਾਲ ਤੋਂ ਲੈ ਕੇ 21 ਸਾਲ ਤੱਕ ਹੋਣੀ ਚਾਹੀਦੀ ਹੈ। ਜੇਕਰ ਉਹਨੇ ਟੈਕਨੀਕਲ ਟ੍ਰੇਡ ਵਿੱਚ ਜਾਣਾ ਤਾਂ ਫਿਰ ਉਹਦੇ ਲਈ ਜਿਹੜੀ ITI ਜਾਂ +2 ਕੀਤੀ ਹੋਣੀ ਚਾਹੀਦੀ ਹੈ, ਔਰ ਉਹਦੀ ਉਮਰ ਜਿਹੜੀ ਉਹ 23 ਸਾਲ ਤੱਕ 17.5 ਸਾਲ ਤੋਂ ਹੋ ਸਕਦੀ ਹੈ ਜੇਕਰ +2 ਬੇਸ 'ਤੇ ਉਹ ਭਰਤੀ ਦੇਖ ਰਿਹਾ ਕਲੈਰੀਕਲ ਦੀ ਜਾਂ ਟੈਕਨੀਕਲ ਦੀ। ਲੇਕਿਨ ਜੇਕਰ ਉਹ ਸਿਪਾਹੀ ਦੀ ਭਰਤੀ ਦੇਖ ਰਿਹਾ ਤੇ 17.5 ਸਾਲ ਤੋਂ 21 ਸਾਲ ਦੀ ਉਮਰ ਭਾਰਤੀ ਫੌਜ ਵਾਸਤੇ ਲੜਕੇ ਦੀ, 5 ਫੁੱਟ 7 ਇੰਚ ਉਹਦੀ ਹਾਈਟ, ਤੇ ਚੈਸਟ ਜਿਹੜੀ ਉਹਦੀ 77 ਸੈਂਟੀਮੀਟਰ ਤੇ ਫੁਲਾ ਕੇ 82 ਸੈਂਟੀਮੀਟਰ, ਪੂਰੀ ਤਰ੍ਹਾਂ ਮੈਡੀਕਲੀ, ਫਿਜ਼ੀਕਲੀ, ਸਾਈਕੋਲੋਜੀਕਲੀ ਫਿੱਟ, ਔਰ 10ਵੀਂ ਦੇ ਸਾਰੇ ਵਿਸ਼ਿਆਂ ਦੇ ਵਿੱਚੋਂ ਪਾਸ, ਔਰ ਨਾਲ ਦੀ ਨਾਲ 45% ਤੋਂ ਉੱਪਰ ਉਹਦਾ 10ਵੀਂ ਦਾ ਜਿਹੜਾ ਹਰ ਵਿਸ਼ੇ ਦਾ ਐਗਰੀਗੇਟ ਹੋਣਾ ਜ਼ਰੂਰੀ ਹੈ। ਉਹ ਫੌਜ ਦੀ ਭਰਤੀ ਦੇਖ ਸਕਦਾ। ਇਸੇ ਤਰ੍ਹਾਂ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਟ੍ਰੇਡਸਮੈਨ ਦੀ ਭਰਤੀ ਆਉਂਦੀ ਹੈ, ਟੈਕਨੀਕਲ ਟ੍ਰੇਡ ਦੀ ਭਰਤੀ ਆਉਂਦੀ ਹੈ। ਸੋ ਉਹਨਾਂ ਦੇ ਵਿੱਚ ਵੀ ਆਪਣੀ ਕਿਸਮਤ ਇਹ ਵਿਦਿਆਰਥੀ ਅਜ਼ਮਾ ਸਕਦੇ ਨੇ। ਭਾਰਤੀ ਫੌਜ ਵਿੱਚ ਪਹਿਲਾਂ ਹੁਣ ਤੱਕ ਜਿਹੜੀਆਂ ਭਰਤੀ ਰੈਲੀਆਂ ਉਹ ਕੇਵਲ ਲੜਕਿਆਂ ਵਾਸਤੇ ਹੁੰਦੀਆਂ ਸੀ, ਹੁਣ ਲੜਕੀਆਂ ਵਾਸਤੇ ਵੀ ਨਵੇਂ ਫੀਲਡ ਜਿਹੜੇ ਆ ਉਹ ਖੋਲ੍ਹ ਦਿੱਤੇ ਗਏ ਨੇ। ਤੇ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਹੈ ਉਹਦੇ ਵਿੱਚ ਲੜਕੇ ਤੇ ਲੜਕੀਆਂ ਦੋਨੋਂ ਆਪਣੀ ਕੋਸ਼ਿਸ਼ ਕਰ ਸਕਦੇ ਨੇ, ਭਰਤੀ ਹੋਣ ਦੇ ਲਈ ਯਤਨ ਕਰ ਸਕਦੇ ਨੇ। ਆਰਮੀ ਭਰਤੀ ਵਾਸਤੇ ਸਾਈਟ www.joinindianarmy.nic.in। ਵਿਦਿਆਰਥੀਓ, ਵਿਦੇਸ਼ਾਂ ਦੀ ਤਰ੍ਹਾਂ ਅੱਜ ਕੱਲ੍ਹ ਹਿੰਦੁਸਤਾਨ ਦੇ ਵਿੱਚ ਵੀ ਬਹੁਤ ਸਾਰੇ ਹੁਨਰ ਸਿਖਲਾਈ ਦੇ ਕੋਰਸਿਸ ਨੇ, ਬੜੇ ਸ਼ਾਰਟ ਟਰਮ ਕੋਰਸਿਸ ਨੇ। ਭਾਵੇਂ ਤੁਸੀਂ 8ਵੀਂ ਕੀਤੀ ਹੈ, 10ਵੀਂ ਕੀਤੀ ਹੈ, ਜਾਂ ਕਈ ਕੋਰਸਿਸ ਦੇ ਵਿੱਚ ਅਗਰ ਤੁਸੀਂ ਕੋਈ ਰਸਮੀ ਪੜ੍ਹਾਈ ਨਹੀਂ ਵੀ ਕੀਤੀ ਤਾਂ ਉਹ ਕੋਰਸਿਸ ਜਿਹੜੇ ਆ ਤੁਸੀਂ ਕਰ ਸਕਦੇ ਹੋ। ਉਹਦੇ ਵਿੱਚ ਅਚਾਰ ਮੁਰੱਬਾ ਮੇਕਿੰਗ ਦਾ ਕੋਰਸ ਹੈ, ਕੁਕਿੰਗ ਦਾ ਹੈ, ਬੇਕਰੀ ਦਾ ਹੈ, ਜਿਹੜੀ ਆਪਣੇ ਕੋਲ ਫਾਸਟ ਫੂਡ ਹੁੰਦੀ ਹੈ ਉਹਦੀ ਮੇਕਿੰਗ ਦਾ ਹੈ। ਇਸ ਤੋਂ ਇਲਾਵਾ ਸੌਫਟ ਟੋਆਏ ਮੇਕਿੰਗ ਹੈ, ਫਿਰ ਵੈਲਡਰ, ਫਿੱਟਰ, ਪਲੰਬਰ, ਇਲੈਕਟ੍ਰੀਸ਼ੀਅਨ। ਜੇ ITI ਨਹੀਂ ਵੀ ਕਰਨੀ ਤਾਂ ਸ਼ਾਰਟ ਟਰਮ ਕੋਰਸਿਸ ਦੇ ਥਰੂ ਤੁਸੀਂ ਇਹਨਾਂ ਨੂੰ ਸਿੱਖ ਸਕਦੇ ਹੋ। ਇਹਦੇ ਵਾਸਤੇ ਰੂਟ ਸੈਟ ਸੰਸਥਾ ਜਲੰਧਰ ਜਿਹੜੀ ਹੈ ਉਹ ਬਿਲਕੁਲ ਫ੍ਰੀ ਔਰ ਬਹੁਤ ਹੀ ਅੱਛੇ ਕੋਰਸ ਜਿਹੜੇ ਆ ਉਹ ਮਹੀਨਾ 2 ਮਹੀਨੇ ਦੇ ਵਿੱਚ ਕਰਵਾਉਂਦੀ ਹੈ। ਉੱਥੇ ਵਿਦਿਆਰਥੀਆਂ ਦਾ ਰਹਿਣਾ ਔਰ ਉਹਨਾਂ ਵਿਦਿਆਰਥੀਆਂ ਦਾ
ਉੱਥੇ ਖਾਣਾ ਉਹ ਵੀ ਬਿਲਕੁਲ ਫ੍ਰੀ ਹੁੰਦਾ, ਕੋਰਸ ਵੀ ਬਿਲਕੁਲ ਫ੍ਰੀ ਹੁੰਦਾ ਔਰ ਕੋਰਸ ਦੀ ਕੁਆਲਿਟੀ ਵੀ ਬਹੁਤ ਅੱਛੀ ਹੁੰਦੀ ਹੈ। ਇਹ ਸੰਸਥਾਵਾਂ ਜਿਹੜੀਆਂ ਨੇ ਇਹ ਤੁਹਾਨੂੰ ਆਪਣਾ ਸਵੈ ਰੁਜ਼ਗਾਰ ਸਥਾਪਿਤ ਕਰਨ ਦੇ ਵਿੱਚ ਮਦਦ ਵੀ ਕਰਦੀਆਂ ਨੇ। ਸੋ ਇਸ ਤੋਂ ਇਲਾਵਾ ਸਕਿੱਲ ਡਿਵੈਲਪਮੈਂਟ ਜਿਹੜਾ ਹੈ ਪ੍ਰੋਗਰਾਮ ਪ੍ਰਾਈਮ ਮਿਨਿਸਟਰ ਦਾ, ਉਹਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਦੇ ਵਿੱਚ ਸ਼ਾਰਟ ਟਰਮ ਕੋਰਸਿਸ ਜਿਹੜੇ ਆ, ਬਿਊਟੀ ਕੇਅਰ ਦਾ ਹੋ ਗਿਆ, ਬਿਊਟੀ ਪਾਰਲਰ ਜਿਹਨੂੰ ਅਸੀਂ ਪਹਿਲਾਂ ਕਹਿੰਦੇ ਸੀ। ਸੋ ਇਸ ਤਰ੍ਹਾਂ ਦੇ ਬੜੇ ਕੋਰਸਿਸ ਹੈ, ਡਰੈਸ ਡਿਜ਼ਾਈਨਿੰਗ ਸਮੇਤ ਜਿਹੜੇ ਤੁਸੀਂ ਇੱਥੋਂ ਵੀ ਸ਼ਾਰਟ ਟਰਮ ਕੋਰਸਿਸ ਕਰ ਸਕਦੇ ਹੋ। ਲੋੜ ਹੈ ਆਪਣੇ ਹੁਨਰ ਦੀ ਪਛਾਣ ਕਰਨ ਦੀ ਅਤੇ ਉਸ ਦੇ ਅਨੁਸਾਰ ਆਪਣਾ ਸਹੀ ਕੋਰਸ ਚੁਣਨ ਦੀ। ਅਜੋਕੇ ਸਮੇਂ ਨਾ ਬਹੁਤ ਸਾਰੇ ਰਵਾਇਤੀ ਕੋਰਸਾਂ ਦੀ ਥਾਂ 'ਤੇ ਕੁਝ ਨਵੇਂ ਉੱਭਰ ਰਹੇ ਕੈਰੀਅਰ ਕੋਰਸਿਸ ਹੈ ਜਿਹਨੂੰ ਅਸੀਂ ਐਮਰਜਿੰਗ ਕੈਰੀਅਰਸ ਕਹਿ ਰਹੇ ਹਾਂ। ਪੁਰਾਣੇ ਸਮੇਂ ਦੇ ਵਿੱਚ ਇਹਨਾਂ ਦੇ ਵੱਲ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ ਸੀ, ਕੇਵਲ ਡਾਕਟਰ, ਇੰਜੀਨੀਅਰ ਜਾਂ ਟੀਚਰ ਬਣਨ ਵਾਲੇ ਪਾਸੇ ਹੀ ਲੋਕਾਂ ਦਾ ਧਿਆਨ ਹੁੰਦਾ ਸੀ। ਲੇਕਿਨ ਅਜੋਕੇ ਸਮੇਂ ਦੇ ਵਿੱਚ ਬਹੁਤ ਸਾਰੇ ਐਮਰਜਿੰਗ ਕੈਰੀਅਰਸ ਹੈ ਤੁਹਾਡੇ ਸਾਹਮਣੇ, ਨਵੇਂ ਉੱਭਰ ਰਹੇ ਕੋਰਸਿਸ ਹੈ ਤੁਹਾਡੇ ਸਾਹਮਣੇ, ਜਿਨ੍ਹਾਂ ਦੇ ਵਿੱਚ ਤੁਸੀਂ YouTube ਰਾਹੀਂ ਸਿੱਖਿਆ ਹਾਸਲ ਕਰਕੇ ਜਾਂ ਸੈਲਫ ਲਰਨਿੰਗ ਰਾਹੀਂ ਜਾਂ ਕਿਸੇ ਦੇ ਨਾਲ ਅਪ੍ਰੈਂਟਿਸਸ਼ਿਪ ਰਾਹੀਂ ਜਾਂ ਕਿਸੇ ਦੇ ਨਾਲ ਲੱਗ ਕੇ ਕੰਮ ਕਰਕੇ ਸਿੱਖ ਸਕਦੇ ਹੋ। ਹੁਣ ਇਹਦੇ ਵਿੱਚ ਯੂਟਿਊਬਰ, ਡਰਾਈਵਰ, ਡੌਗ ਟ੍ਰੇਨਰ, ਕੁੱਕ, ਟਾਈਪਿਸਟ, ਫੋਟੋ ਅਤੇ ਵੀਡੀਓ ਐਡੀਟਰ, ਇਸ ਤਰ੍ਹਾਂ ਦੇ ਹੋਰ ਵੀ ਕਈ ਕੋਰਸਿਸ ਹੈ। ਮੁੱਖ ਤੌਰ 'ਤੇ ਇਹਨਾਂ ਨੂੰ ਮੈਂ ਇਸ ਲਈ ਸ਼ਾਮਲ ਕੀਤਾ ਕਿ ਤੁਸੀਂ ਇਹਨਾਂ ਦੇ ਚਰਚੇ ਅਕਸਰ ਸੁਣਦੇ ਹੋ। ਸੋ YouTube ਦੇ ਉੱਤੇ ਤੁਸੀਂ ਆਪਣਾ ਚੈਨਲ ਕ੍ਰੀਏਟ ਕਰਕੇ, ਫੇਸਬੁੱਕ 'ਤੇ ਆਪਣਾ ਪੇਜ ਕ੍ਰੀਏਟ ਕਰਕੇ ਬਹੁਤ ਸਾਰੀ ਆਪਣੀ ਅਰਨਿੰਗ ਕਰ ਸਕਦੇ ਹੋ ਔਰ ਲੋਕਾਂ ਨੂੰ ਸਹੀ ਸੁਨੇਹਾ ਪਹੁੰਚਾ ਸਕਦੇ ਹੋ, ਆਪਣੇ ਹੁਨਰ ਦਾ ਪ੍ਰਦਰਸ਼ਨ ਸੋਸ਼ਲ ਮੀਡੀਆ 'ਤੇ ਕਰ ਸਕਦੇ ਹੈਗੇ ਹੋ। ਇਸ ਤੋਂ ਇਲਾਵਾ ਡੌਗ ਟ੍ਰੇਨਰ ਹੋ ਗਿਆ, ਇਹਦੇ ਵਿੱਚ ਡੌਗ ਸੈਲੂਨ ਵੀ ਆ ਜਾਂਦਾ ਹੈ, ਡੌਗ ਕੇਅਰ ਸੈਂਟਰਸ ਵੀ ਆ ਜਾਂਦੇ ਆ। ਕੁਕਿੰਗ ਦਾ ਹੋ ਗਿਆ, ਟਾਈਪਿਸਟ ਦੇ ਤੌਰ 'ਤੇ ਤੁਸੀਂ ਪੰਜਾਬੀ ਟਾਈਪਿਸਟ, ਹਿੰਦੀ, ਅੰਗਰੇਜ਼ੀ ਟਾਈਪਿਸਟ ਦੇ ਤੌਰ 'ਤੇ ਵੱਖ-ਵੱਖ ਅਖਬਾਰਾਂ ਨਾਲ ਜੁੜ ਕੇ ਜਾਂ ਜਿਹੜੇ ਪਬਲਿਸ਼ਿੰਗ ਨਾਲ ਜੁੜੇ ਅਦਾਰੇ ਆ ਉਹਨਾਂ ਨਾਲ ਜੁੜ ਕੇ ਆਪਣਾ ਕੈਰੀਅਰ ਜਿਹੜਾ ਹੈ ਉਹਨੂੰ ਬਣਾ ਸਕਦੇ ਹੈਗੇ ਹੋ। ਇਹਦੇ ਤੋਂ ਇਲਾਵਾ ਵੀ ਬਹੁਤ ਸਾਰੇ ਜਿਹੜੇ ਸ਼ਾਰਟ ਟਰਮ ਕੋਰਸਿਸ ਹੈ ਉਹਨਾਂ ਦੇ ਰਾਹੀਂ, ਕੁਝ ਨਵੇਂ ਐਮਰਜਿੰਗ ਕੋਰਸਿਸ ਜਿਹੜੇ ਆ ਉਹਨਾਂ ਦੇ ਰਾਹੀਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਚੰਗੀ ਅਰਨਿੰਗ ਜਿਹੜੀ ਹੈ ਉਹ ਕਰ ਸਕਦੇ ਹੋ। ਇੱਕ ਫੋਟੋ ਐਡੀਟਰ, ਇੱਕ ਵੀਡੀਓ ਐਡੀਟਰ ਜਾਂ ਇੱਕ ਐਲਬਮ ਜਿਹੜੀ ਹੈ ਉਹ ਬਣਾਉਣ ਵਾਲਾ ਅੱਜ ਦੇ ਸਮੇਂ ਦੇ ਵਿੱਚ ਕਿਤੇ ਵੀ ਘਾਟੇ ਵਿੱਚ ਨਹੀਂ ਹੈ। ਤੁਸੀਂ ਵਿਆਹਾਂ ਦੇ ਸੀਜ਼ਨ ਦੇ ਵਿੱਚ ਐਲਬਮ ਦੇਖ ਸਕਦੇ ਹੋ। ਸੋ ਇਸ ਪਾਸੇ ਵੀ ਤੁਸੀਂ ਆਪਣਾ ਕੈਰੀਅਰ ਜਿਹੜਾ ਹੈ ਉਹ ਸ਼ੁਰੂ ਕਰ ਸਕਦੇ ਹੋ। ਹੁਣ ਗੱਲ ਮੁੱਕਦੀ ਇਹ ਹੈ ਕਿ ਆਪਸ਼ਨਸ ਤਾਂ ਸਾਡੇ ਕੋਲ ਬਹੁਤ ਸਾਰੀਆਂ ਨੇ, ਪਰ ਕਿਵੇਂ ਕਰੀਏ ਆਪਣੇ ਰੁਚੀ ਅਤੇ ਰੁਝਾਨ ਦੀ ਪਰਖ, ਕਿਉਂਕਿ ਕਾਮਯਾਬ ਅਸੀਂ ਤਦੇ ਹੋਵਾਂਗੇ ਜੇਕਰ ਅਸੀਂ ਆਪਣੀ ਰੁਚੀ ਅਤੇ ਰੁਝਾਨ ਦੇ ਅਨੁਸਾਰ ਆਪਣਾ ਕੈਰੀਅਰ ਚੁਣਾਂਗੇ। ਸੋ ਉਹਦੇ ਵਾਸਤੇ ਸਭ ਤੋਂ ਵੱਧ ਜ਼ਰੂਰੀ ਇਹ ਹੈ ਕਿ ਅਸੀਂ ਆਪਣੇ ਰੁਚੀ ਅਤੇ ਰੁਝਾਨ ਨੂੰ ਸਹੀ ਤਰੀਕੇ ਦੇ ਨਾਲ ਪਰਖ ਸਕੀਏ ਅਤੇ ਫਿਰ ਸਹੀ ਸਟੈਪ ਜਿਹੜਾ ਹੈ ਉਹ ਸਹੀ ਸਮੇਂ 'ਤੇ ਚੁੱਕ ਸਕੀਏ। ਫਿਰ ਵੀ ਜੇਕਰ ਆਪਣੇ ਟੈਲੈਂਟ ਦੀ ਪਛਾਣ ਨਾ ਆਵੇ, ਆਪਣੇ ਬਾਰੇ ਨਾ ਜਾਣ ਹੋਵੇ ਜਾਂ ਜਾਣਿਆ ਹੋਇਆ ਦੱਸ ਨਾ ਹੋਵੇ, ਤਾਂ ਹਰ ਸਕੂਲ ਦੇ ਵਿੱਚ ਇੱਕ ਕੈਰੀਅਰ ਅਧਿਆਪਕ ਹੁੰਦਾ ਹੈ। ਉਸ ਕੈਰੀਅਰ ਅਧਿਆਪਕ ਨਾਲ ਸੰਪਰਕ ਕਰੋ, ਉਹਦੇ ਨਾਲ ਗੱਲ ਕਰੋ, ਜਾਂ ਜਿਹੜਾ ਵੀ ਫੀਲਡ ਤੁਹਾਨੂੰ ਲੱਗਦਾ ਕਿ ਆ 2 ਜਾਂ 3 ਫੀਲਡ ਨੇ ਜਿਨ੍ਹਾਂ ਵਿੱਚ ਮੈਂ ਕਾਫੀ ਵਧੀਆ ਕਾਰਗੁਜ਼ਾਰੀ ਦਿਖਾ ਸਕਦਾ, ਉਸ ਫੀਲਡ ਦੇ ਮਾਹਰ ਬੰਦਿਆਂ ਨਾਲ ਗੱਲ ਕਰੋ, ਉਹਨਾਂ ਦੇ ਤਜਰਬੇ ਤੋਂ ਸਿੱਖੋ। ਇਸ ਤਰ੍ਹਾਂ ਅਸੀਂ ਸਹੀ ਕੈਰੀਅਰ ਦੀ ਚੋਣ ਕਰ ਸਕਦੇ ਹਾਂ। ਪਿਆਰੇ ਵਿਦਿਆਰਥੀਓ, ਆਪਾਂ ਜਦੋਂ ਕੋਈ ਕਿੱਤਾ ਜਾਂ ਕੈਰੀਅਰ ਚੁਣਨਾ ਹੁੰਦਾ ਹੈ ਤਾਂ ਅਕਸਰ ਅਸੀਂ ਇਸ ਭੰਬਲ ਭੂਸੇ ਵਿੱਚ ਜਾਂ ਫਿਕਰ 'ਚ ਪੈ ਜਾਂਦੇ ਹਾਂ ਕਿ ਸਹੀ ਕੈਰੀਅਰ ਕਿਵੇਂ ਚੁਣੀਏ, ਕਿਉਂਕਿ ਸਾਡੇ ਸਾਹਮਣੇ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਹਨ। ਨਾ ਤਾਂ ਸਾਨੂੰ ਕੈਰੀਅਰ ਬਾਰੇ, ਕਿੱਤਿਆਂ ਬਾਰੇ ਸਹੀ ਜਾਣਕਾਰੀ ਹੁੰਦੀ ਹੈ, ਨਾ ਸਾਨੂੰ ਆਪਣੇ ਆਪ ਬਾਰੇ ਪੂਰੀ ਜਾਣਕਾਰੀ ਹੁੰਦੀ ਹੈ, ਤੇ ਬਹੁਤੀ ਵਾਰ ਸਾਨੂੰ ਆਪਣੇ ਘਰ ਦੇ ਹਾਲਾਤ ਵੀ ਇਜਾਜ਼ਤ ਨਹੀਂ ਦਿੰਦੇ ਕਿ ਅਸੀਂ ਕੋਈ ਮਹਿੰਗਾ ਕੋਰਸ, ਕੋਈ ਕਿੱਤਾ ਅਪਣਾ ਸਕੀਏ। ਇਸ ਕਰਕੇ ਜਦੋਂ ਕੈਰੀਅਰ ਚੁਣਨਾ ਹੈ ਤਾਂ ਉਹਦੇ ਲਈ ਅਸੀਂ 3 ਖਾਸ ਗੱਲਾਂ ਦਾ ਧਿਆਨ ਰੱਖਣਾ ਹੈ। ਅਗਰ ਅਸੀਂ ਇਸ ਚਿੱਤਰ ਜਾਂ ਡਾਇਆਗ੍ਰਾਮ ਦੇ ਜ਼ਰੀਏ ਵੇਖੀਏ ਤਾਂ ਕੁਝ ਇਸ ਤਰ੍ਹਾਂ ਹੋਏਗਾ। ਸਭ ਤੋਂ ਪਹਿਲਾਂ ਅਸੀਂ ਇਹ ਵੇਖਣਾ ਹੈ ਕਿ ਸਾਡੇ ਘਰ ਦੇ ਹਾਲਾਤ ਨੇ ਜਿਹੜੇ ਉਹ ਕਿਸ ਤਰ੍ਹਾਂ ਦੇ ਨੇ, ਸਾਡੇ ਆਲੇ ਦੁਆਲੇ ਦੇ ਸਮਾਜ ਦੇ ਹਾਲਾਤ ਕਿਸ ਤਰ੍ਹਾਂ ਦੇ। ਸਾਡੇ ਕੋਲ ਕਿੰਨਾ ਕੁ ਪੈਸਾ ਹੈ, ਸੰਸਥਾ ਸਾਥੋਂ ਕਿੰਨੀ ਕੁ ਦੂਰ ਹੈ, ਸਾਡੇ ਕੋਲ ਆਉਣ ਜਾਣ ਦਾ ਕੋਈ ਸਾਧਨ ਹੈ ਜਾਂ ਨਹੀਂ। ਉਸ ਪਿੱਛੋਂ ਜਿਹੜਾ ਵੀ ਅਸੀਂ ਕਿੱਤਾ ਜਾਂ ਰੁਜ਼ਗਾਰ ਚੁਣਨਾ ਹੈ ਉਸ ਦੀਆਂ ਸੰਭਾਵਨਾਵਾਂ ਕੀ ਹਨ। ਜੋ ਕੋਈ ਨੇੜੇ ਤੇੜੇ ਸਾਡੇ ਕੋਰਸ ਹੈ ਜਾਂ ਜਿੱਥੇ ਵੀ ਅਸੀਂ ਕੋਰਸ ਕਰਨਾ ਚਾਹੁੰਦੇ ਹਾਂ
ਕਿ ਅੱਜ ਤੇ ਅੱਜ ਤੋਂ ਬਾਅਦ ਜਿਹੜਾ ਆਉਣ ਵਾਲਾ ਸਮਾਂ ਹੋਏਗਾ ਉਸ ਵਿੱਚ ਉਸ ਦਾ ਕੋਈ ਫਾਇਦਾ ਹੈ ਵੀ ਜਾਂ ਨਹੀਂ। ਇਸ ਪਿੱਛੋਂ ਬਹੁਤ ਜ਼ਰੂਰੀ ਹੈ ਕਿ ਅਸੀਂ ਵਿਦਿਆਰਥੀਆਂ ਨੇ ਆਪਣੇ ਆਪ ਬਾਰੇ ਸੋਚਣਾ ਹੈ ਕਿ ਵਿਦਿਆਰਥੀ ਦਾ ਆਪਾ ਕਿਹੋ ਜਿਹਾ ਹੈ, ਉਸ ਵਿੱਚ ਕਿਹੋ ਜਿਹੇ ਗੁਣ ਹਨ, ਉਹ ਕਿਹੜੇ ਕਿੱਤੇ ਦੇ ਯੋਗ ਹੈ। ਅਗਰ ਅਸੀਂ ਫੌਜ ਵਿੱਚ ਜਾਣਾ ਹੈ ਤਾਂ ਪਹਿਲਾਂ ਅਸੀਂ ਆਪਣੇ ਘਰ ਦੇ ਹਾਲਾਤ ਵੇਖਾਂਗੇ, ਬਹੁਤ ਜ਼ਿਆਦਾ ਖਰਚਾ ਨਹੀਂ ਹੁੰਦਾ, ਠੀਕ ਹੈ। ਸੋ ਇਸ ਪਿੱਛੋਂ ਅਸੀਂ ਆਲੇ ਦੁਆਲੇ ਵੇਖਾਂਗੇ ਕਿ ਕੀ ਆਰਮੀ ਦੇ ਵਿੱਚ ਰੁਜ਼ਗਾਰ ਦੇ ਮੌਕੇ ਹਨ, ਉਹ ਵੀ ਸਾਨੂੰ ਲੱਗਿਆ ਕਿ ਸਹੀ ਹੈ। ਉਸ ਪਿੱਛੋਂ ਅਸੀਂ ਆਪਣੇ ਆਪ ਬਾਰੇ ਵੇਖਣਾ ਕਿ ਸਾਡਾ ਕੱਦ ਕਾਠ, ਸਾਡੀ ਸਿਹਤ, 10ਵੀਂ ਪਾਸ ਦੀ ਯੋਗਤਾ, ਕੀ ਇਹ ਸਾਰਾ ਕੁਝ ਸਹੀ ਹੈ। ਅਗਰ ਇਹ ਵੀ ਸਹੀ ਹੈ ਤਾਂ ਅਸੀਂ ਕਿੱਤੇ ਦੀ ਚੋਣ ਕਰ ਲਵਾਂਗੇ ਤੇ ਕਿੱਤੇ ਦੀ ਸਫਲ ਚੋਣ ਕਰਕੇ ਉਸ ਉੱਪਰ ਅਸੀਂ ਅੱਗੇ ਵਧਦੇ ਰਹਾਂਗੇ। ਸਭ ਤੋਂ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਜਾਣੀਏ। ਅਸੀਂ ਯਾਰਾਂ ਦੋਸਤਾਂ ਦੇ ਕੋਲ ਤਾਂ ਬਹੁਤ ਚਿਰ ਬੈਠਦੇ ਹਾਂ, ਪਰ ਅਸੀਂ ਆਪਣੇ ਆਪ ਨਾਲ ਗੱਲ ਨਹੀਂ ਕਰਦੇ। ਸੋ ਪਹਿਲਾਂ ਆਪਣੇ ਆਪ ਨੂੰ ਜਾਣੋ, ਫਿਰ ਆਪਣੇ ਹੁਨਰ ਨੂੰ ਪਛਾਣੋ, ਆਪਣੇ ਘਰੇਲੂ ਹਾਲਾਤਾਂ ਨੂੰ ਜ਼ਰੂਰ ਦੇਖੋ ਕਿ ਸਾਡੇ ਘਰ ਦੇ ਕਿੱਥੋਂ ਤੱਕ ਸਾਡੀ ਸਹਾਇਤਾ ਕਰ ਸਕਦੇ ਹਨ, ਕਿੰਨਾ ਕੁ ਪੈਸਾ ਸਾਡੇ 'ਤੇ ਉਹ ਲਾ ਸਕਦੇ ਹਨ ਤੇ ਅਸੀਂ ਆਪਣੇ ਸਾਧਨ ਕਿਵੇਂ ਪੈਦਾ ਕਰਨੇ ਹਨ। ਆਉਣ ਵਾਲੇ ਸਮੇਂ ਦੀ ਡਿਮਾਂਡ ਤੱਥਾਂ ਦੇ ਆਧਾਰ 'ਤੇ ਅਨੁਮਾਨ ਲਗਾਉਣ ਦੇ ਨਾਲ ਹੀ ਬਣੇਗੀ। ਆਉਣ ਵਾਲੇ ਅੱਜ ਦੇ ਸਮੇਂ ਵਿੱਚ ਜੋ ਤੁਸੀਂ ਕੋਰਸ ਕਰ ਰਹੇ ਹੋ, ਅੱਜ ਤੋਂ 3 ਸਾਲ 4 ਸਾਲ ਬਾਅਦ ਉਹਦੀ ਕੀ ਡਿਮਾਂਡ ਹੋਏਗੀ, ਇਹ ਜ਼ਰੂਰ ਤੱਥਾਂ ਦੇ ਆਧਾਰ ਦੇ ਉੱਤੇ ਤੁਹਾਨੂੰ ਦੇਖਣਾ ਪਏਗਾ। ਜੇਕਰ ਤੁਸੀਂ ਕੇਵਲ ਅੱਜ ਨੂੰ ਦੇਖ ਕੇ ਚੱਲੋਗੇ ਤਾਂ ਤੁਹਾਡਾ ਭਵਿੱਖ ਜਿਹੜਾ ਉਹ ਰੌਸ਼ਨ ਨਹੀਂ ਹੋਵੇਗਾ। ਸੋ ਜਦੋਂ ਵੀ ਕੈਰੀਅਰ ਦੀ ਆਪਸ਼ਨ ਚੁਣਨੀ ਹੈ ਤੇ ਇਹ ਜ਼ਰੂਰ ਦੇਖ ਕੇ ਚੱਲੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਤੁਸੀਂ ਚੁਣਨਾ ਹੈ ਔਰ ਉਹਦੀ ਆਉਣ ਵਾਲੇ ਸਮੇਂ 'ਚ ਕੀ ਡਿਮਾਂਡ ਜਿਹੜੀ ਹੈ ਉਹ ਆਪਣੇ ਸਟੇਟ ਲੈਵਲ 'ਤੇ, ਡਿਸਟ੍ਰਿਕਟ ਲੈਵਲ 'ਤੇ, ਤੁਹਾਡੇ ਇਲਾਕੇ ਦੇ ਵਿੱਚ, ਜਾਂ ਫਿਰ ਤੁਸੀਂ ਇੰਡੀਆ ਦੇ ਵਿੱਚ ਜਾਂਦੇ ਹੋ ਜਾਂ ਬਾਹਰ ਜਾਂਦੇ ਹੋ ਤਾਂ ਉਹਦੀ ਕੀ ਡਿਮਾਂਡ ਆਉਣ ਵਾਲੇ ਸਮੇਂ ਬਣਦੀ ਹੈ। ਇਹ ਤੱਥਾਂ ਦੇ ਆਧਾਰ 'ਤੇ ਅਨੁਮਾਨ ਲਾਉਣਾ ਜ਼ਰੂਰੀ ਹੈ। ਮਾਂ ਬੋਲੀ ਵਿੱਚ ਰੁਜ਼ਗਾਰ ਦੇ ਮੌਕੇ। ਜੇਕਰ ਤੁਸੀਂ ਆਪਣੀ ਮਾਂ ਬੋਲੀ ਵਿੱਚ ਰੁਜ਼ਗਾਰ ਦੀ ਭਾਲ ਵਿੱਚ ਹੋ ਤਾਂ ਤੁਹਾਨੂੰ ਅਧਿਆਪਨ ਦਾ ਖੇਤਰ ਜਾਂ ਫਿਰ ਲੇਖਣ ਟਾਈਪਿੰਗ ਦਾ ਖੇਤਰ, ਅਨੁਵਾਦ ਦਾ ਖੇਤਰ ਜਾਂ ਉਚਾਰਨ, ਅਦਾਕਾਰੀ, ਨਿਰਦੇਸ਼ਨ ਦੇ ਖੇਤਰ ਵੱਲ ਵੀ ਝਾਤ ਮਾਰਨ ਦੀ ਲੋੜ ਹੋਵੇਗੀ। ਜੇ ਆਪਾਂ ਅਧਿਆਪਨ ਦੇ ਖੇਤਰ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਸਕੂਲ ਅਧਿਆਪਨ, ਕਾਲਜ ਅਧਿਆਪਨ, ਯੂਨੀਵਰਸਿਟੀ ਅਧਿਆਪਨ, ਲਾਇਬ੍ਰੇਰੀਅਨ, ਗਾਈਡ, ਭਾਸ਼ਾ ਵਿਭਾਗ ਅਹੁਦੇਦਾਰ ਅਤੇ ਵੱਖ-ਵੱਖ ਕੋਚਿੰਗਸ, ਜਿਵੇਂ ਤੁਸੀਂ UGC ਦੀ ਕੋਚਿੰਗ ਦੇ ਸਕਦੇ ਹੋ, ETT ਦੀ ਕੋਚਿੰਗ ਜਿਹੜੀ ਆ ਉਹ ਵੀ ਦਿੱਤੀ ਜਾ ਸਕਦੀ ਆ, B.Ed ਦੀ ਕੋਚਿੰਗ ਦੇ ਸਕਦੇ ਹੋ, IAS ਦੀ ਕੋਚਿੰਗ ਜਾਂ ਫਿਰ PCS ਦੀ ਕੋਚਿੰਗ ਜਿਹੜੀ ਆ ਉਹ ਤੁਸੀਂ ਆਪਣੇ ਸੈਂਟਰ ਖੋਲ੍ਹ ਕੇ ਵੀ ਆਪਣੀ ਮਾਂ ਬੋਲੀ ਵਿੱਚ ਰੁਜ਼ਗਾਰ ਦੇ ਮੌਕੇ ਜਿਹੜੇ ਨੇ ਉਹ ਪ੍ਰਾਪਤ ਕਰ ਸਕਦੇ ਹੋ। ਇਹਦੇ ਨਾਲ ਹੀ ਜੇਕਰ ਆਪਾਂ ਲੇਖਣ ਟਾਈਪਿੰਗ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਸਕ੍ਰਿਪਟ ਰਾਈਟਰ, ਇਹਦੇ ਵਿੱਚ ਸਕ੍ਰਿਪਟ ਰਾਈਟਿੰਗ, ਕਲਮ ਨਵੀਸੀ, ਪੱਤਰਕਾਰੀ, ਗੀਤਕਾਰੀ, ਟਾਈਪਿੰਗ, ਸਟੈਨੋ ਟਾਈਪਿੰਗ ਅਤੇ ਪਟ ਕਥਾ, ਸੰਵਾਦ ਰਚਨਾ ਦੇ ਖੇਤਰ ਵਿੱਚ ਤੁਸੀਂ ਆਪਣਾ ਕਾਰਜ ਕਰ ਸਕਦੇ ਹੋ। ਇਹਦੇ ਨਾਲ ਹੀ ਜੇਕਰ ਅਸੀਂ ਅਨੁਵਾਦ ਦੇ ਖੇਤਰ ਦੀ ਗੱਲ ਕਰੀਏ ਤਾਂ ਅਨੁਵਾਦ ਕਰ ਸਕਦੇ ਹੋ ਤੁਸੀਂ ਕਿਸੇ ਹੋਰ ਭਾਸ਼ਾ ਤੋਂ ਆਪਣੀ ਭਾਸ਼ਾ ਦੇ ਵਿੱਚ, ਜਾਂ ਆਪਣੀ ਭਾਸ਼ਾ ਦੀਆਂ ਰਚਨਾਵਾਂ ਨੂੰ ਦੂਸਰੀ ਭਾਸ਼ਾ ਦੇ ਵਿੱਚ ਅਨੁਵਾਦ ਕਰ ਸਕਦੇ ਹੋ। ਇਹਦੇ ਨਾਲ ਹੀ ਤੁਸੀਂ ਦੋ ਭਾਸ਼ੀਏ ਦੇ ਤੌਰ 'ਤੇ ਵੀ ਆਪਣਾ ਰੁਜ਼ਗਾਰ ਕਰ ਸਕਦੇ ਹੋ। ਜੋ ਟੂਰਿਸਟ ਆਉਂਦੇ ਨੇ ਉਹਨਾਂ ਲਈ ਤੁਸੀਂ ਗਾਈਡ ਦਾ ਕੰਮ ਕਰ ਸਕਦੇ ਹੋ। ਇਹਦੇ ਨਾਲ ਹੀ ਵਿਰਾਸਤੀ ਟੂਰਿਸਟਰ ਦੇ ਤੌਰ 'ਤੇ ਤੁਸੀਂ ਆਪਣਾ ਕੰਮ ਕਰ ਸਕਦੇ ਹੋ। ਉਚਾਰਨ, ਅਦਾਕਾਰੀ, ਨਿਰਦੇਸ਼ਨ ਦੇ ਖੇਤਰ ਵਿੱਚ ਜੇਕਰ ਗੱਲ ਕਰੀਏ ਤਾਂ ਤੁਸੀਂ ਰੇਡੀਓ ਜੌਕੀ, ਖਬਰਵਾਚਕ, ਐਂਕਰ, ਅਨਾਉਂਸਰ ਜਾਂ ਫਿਰ ਪਾਠੀ, ਜੇਕਰ ਇਸ ਤੋਂ ਵੀ ਅਗਾਂਹ ਜਾਈਏ ਤਾਂ ਵਿਆਖਿਆਕਾਰ ਜਾਂ ਗਾਇਕੀ ਦਾ ਖੇਤਰ, ਜਾਂ ਫਿਰ ਮੰਚ ਅਦਾਕਾਰੀ, ਦਸਤਾਵੇਜ਼ੀ ਨਿਰਮਾਣ ਜਾਂ ਨਿਰਦੇਸ਼ਨ, ਜਾਂ ਤੁਸੀਂ ਨਿਰਦੇਸ਼ਕ, ਫਿਲਮਾਂ ਦੇ ਨਿਰਦੇਸ਼ਕ ਵੀ ਬਣ ਸਕਦੇ ਹੋ। ਤੇ ਇਹਦੇ ਨਾਲ ਤੁਸੀਂ ਵਿਗਿਆਪਨ ਦੇ ਖੇਤਰ ਵਿੱਚ ਜਾ ਕੇ ਵੀ ਆਪਣਾ ਰੁਜ਼ਗਾਰ ਜਿਹੜਾ ਆ ਉਹ ਕਰ ਸਕਦੇ ਹੋ, ਜਿੱਥੇ ਥੋੜ੍ਹੇ ਸਮੇਂ ਦੇ ਵਿੱਚ ਬਹੁਤ ਸਾਰੀ ਕਮਾਈ ਆਮ ਕਰਕੇ ਲੋਕ ਕਰਦੇ ਨੇ। ਤੇ ਪਿਆਰੇ ਦੋਸਤੋ, ਇੱਥੇ ਵਾਚਣਯੋਗ ਆ ਕਿ ਤੁਹਾਡੀ ਆਪਣੀ ਹੀ ਜ਼ੁਬਾਨ ਦੇ ਵਿੱਚ, ਤੁਹਾਡੀ ਆਪਣੀ ਮਾਂ ਬੋਲੀ ਦੇ ਵਿੱਚ ਹੀ
ਤੁਹਾਨੂੰ ਰੁਜ਼ਗਾਰ ਬੜੀ ਆਸਾਨੀ ਦੇ ਨਾਲ ਮਿਲ ਸਕਦਾ ਆ। ਤੇ ਯਾਦ ਰੱਖਣ ਦੀ ਲੋੜ ਹੈ ਕਿ ਮਾਂ ਬੋਲੀ ਭੁੱਲ ਜਾਓਗੇ ਤਾਂ ਕੱਖਾਂ ਵਾਂਗੂ ਰੁਲ ਜਾਓਗੇ। ਮੈਨੂੰ ਉਮੀਦ ਹੈ ਕਿ ਅੱਜ ਦੀ ਕੈਰੀਅਰ ਚਰਚਾ ਤੋਂ ਤੁਸੀਂ ਬਹੁਤ ਸਾਰਾ ਫਾਇਦਾ ਉਠਾਇਆ ਹੋਵੇਗਾ ਤੇ ਤੁਹਾਡੇ ਸਭ ਦੇ ਚੰਗੇ ਵਰਤਮਾਨ ਚੰਗੇ ਭਵਿੱਖ ਲਈ ਮੈਂ ਆਸ ਵੀ ਕਰਦੀ ਹਾਂ ਤੇ ਦੁਆ ਵੀ ਕਰਦੀ ਹਾਂ। ਜੋ ਮਰਜ਼ੀ ਮੁਸ਼ਕਿਲਾਂ ਆਉਣ, ਜਦ ਇਰਾਦਾ ਨੇਕ ਹੈ ਮੰਜ਼ਿਲ ਨੇਕ ਹੈ, ਫਿਰ ਇਹ ਫਿਕਰ ਨਾ ਕਰੋ ਕਿ ਰਾਹ ਕਿਹੋ ਜਿਹਾ ਹੈ। ਰਾਹ ਭਾਵੇਂ ਔਖਾ ਹੋਵੇ, ਵਿਖੜਾ ਹੋਵੇ, ਜੇ ਸਹੀ ਰਾਹ ਇੱਕ ਵਾਰੀ ਧਾਰ ਲਿਆ ਤਾਂ ਉਸ ਉੱਪਰ ਨਿਰੰਤਰ ਮਿਹਨਤ ਨਾਲ, ਸਿਦਕ ਦਿਲੀ ਦੇ ਨਾਲ ਚੱਲਦੇ ਜਾਣਾ ਹੈ। ਤੇ ਜੇ ਸਾਨੂੰ ਕੋਈ ਰਾਹ ਸੋਹਣਾ ਲੱਗਦਾ ਹੈ, ਫਿਰ ਜ਼ਰੂਰ ਸੋਚਣ ਦੀ ਲੋੜ ਹੈ ਕਿ ਕੀ ਇਹ ਸਹੀ ਮੰਜ਼ਿਲ ਵੱਲ ਜਾਂਦਾ ਹੈ। ਇਸ ਵੱਲ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ। ਅੰਤ ਵਿੱਚ ਇੱਕ ਸੁਨੇਹਾ, ਇੱਕ ਪੈਗਾਮ ਤੇ ਇੱਕ ਮਸ਼ਵਰਾ। ਥੱਕਦਾ ਨਹੀਂ ਕਦੇ ਵੀ ਹੁਸਨਾਂ ਦੇ ਰਾਹ ਦਾ ਪਾਂਦੀ, ਓਨੀ ਖੁਸ਼ੀ ਤੁਰੰਦੀ ਪੈਰਾਂ 'ਚ ਜਿੰਨੇ ਛਾਲੇ। ਉਹ ਹੈ ਵਿਸ਼ਾਲ ਬੁੱਧੀ ਜੋ ਆਪ ਸੋਚਦੀ ਹੈ, ਮੌਲਿਕ ਵਿਚਾਰ ਹੀ ਤਾਂ ਦੁਨੀਆ ਨਵੀਂ ਨੂੰ ਢਾਲੇ। ਇਸ ਤਰ੍ਹਾਂ ਦੀ ਚੰਗੀ ਦੁਨੀਆ ਸਿਰਜਣ ਵਾਲੇ ਤੁਸੀਂ ਸਾਰੇ ਸਦਾ ਸਲਾਮਤ ਰਹੋ। ਸ਼ੁਕਰੀਆ।